ਧੰਨ ਵਾਹਿਗੁਰੂ ਜੀਓ। ਰਾਗ ਮਾਰੂ ਬਾਣੀ ਜੈ ਦਿਓ ਜੀਓ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਚੰਦ ਸਤ ਭੇਦਿਆ ਨਾਦ ਸਤ ਪੂਰਿਆ। ਸੂਰ ਸਤ ਖੋੜਸਾ ਦਤ ਕੀਆ। ਅਬਲ ਬਲ ਤੋੜਿਆ। ਅਚਲ ਚਲ ਥਪਿਆ। ਅਘਾੜ ਘੜਿਆ ਤਹਾਂ ਅਪਿਓ ਪੀਆ। ਮਨ ਆਦ ਗੁਣ ਆਦ ਵਖਾਣਿਆ। ਤੇਰੀ ਦੁਬਿਧਾ ਦ੍ਰਿਸ਼ਟ ਸਮਾਨਿਆ ਰਹਾਉ। ਅਰਧ ਕਉ ਅਰਧਿਆ ਸ਼ਰਧ ਕਉ ਸਰਧਿਆ। ਸਲਲ ਕਉ ਸਲਲ ਸਮਾਨ ਆਇਆ। ਬਦਤ ਜੈ ਦੇਉ ਜੈ ਦੇਵ ਕੋ ਰਮਿਆ। ਬ੍ਰਹਮੋ ਨਿਰਵਾਣ ਲੇਵ ਲੀਨ ਪਾਇਆ। ਬਦਤ ਜੈ ਦੇਉ ਜੈ ਦੇਵ ਕੋ ਰਮਿਆ। ਬ੍ਰਹਮੋ ਨਿਰਵਾਣ ਲਿਵ ਲੀਨ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਬੜੇ ਅਦਬ ਸਤਿਕਾਰ ਪ੍ਰੇਮ ਸਹਿਤ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਗੁਰੂ ਸਵਾਰਿਆਂ ਪਾਸੋਂ ਪ੍ਰਾਪਤ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਭਗਤ ਜੈਦੇਵ ਜੀ ਦੇ ਉਚਾਰਨ ਕੀਤੇ ਹੋਏ ਦੋ ਪਦੇ, ਦੋ ਸ਼ਬਦ, ਦੋ ਵੱਖ-ਵੱਖ ਰਾਗਾਂ ਵਿੱਚ ਦਰਜ ਹਨ। ਕੱਲ ਦੇ ਦੀਵਾਨ ਵਿੱਚ ਆਪਾਂ ਭਗਤ ਜੈਦੇਵ ਜੀ ਦਾ ਗੂਜਰੀ ਰਾਗ ਵਿੱਚ ਜੋ ਦਰਜ ਹੈ ਉਸ ਮੁਬਾਰਕ ਸ਼ਬਦ ਨੂੰ, ਪਦੇ ਨੂੰ ਵਿਚਾਰਨ ਦਾ ਯਤਨ ਕੀਤਾ ਹੈ। ਹੁਣ ਆਪ ਜੀ ਨੇ ਜਿਹੜਾ ਸ਼ਬਦ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1106 ਉੱਪਰ, ਇਹ ਪਾਵਨ ਸ਼ਬਦ ਸੁਭਾਏਮਾਨ ਹੈ। ਭਗਤ ਜੈਦੇਵ ਜੀ ਭਾਰਤੀ ਪਰੰਪਰਾ ਮੁਤਾਬਕ ਵੈਸੇ ਤਾਂ ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਉਹਨਾਂ ਵਿੱਚੋਂ ਕੋਈ ਵੀ ਐਸਾ ਨਹੀਂ ਹੈ ਜਿਸ ਨੇ ਵਰਣ ਵਿਵਸਥਾ, ਜਾਤ ਪਾਤ ਆਦਿਕ ਦੇ ਭੇਦ ਭਾਵ ਨੂੰ ਮੰਨਿਆ ਹੋਵੇ ਜਾਂ ਪ੍ਰਚਾਰਿਆ ਹੋਵੇ। ਸਗੋਂ ਸਾਰੇ ਹੀ ਮਹਾਂਪੁਰਖਾਂ ਨੇ ਇੱਕ ਜ਼ਬਾਨ ਹੋ ਕੇ, ਇੱਕ ਸੁਰ ਹੋ ਕੇ, ਭਾਵੇਂ ਸਾਰੇ ਮਹਾਂਪੁਰਖ ਵੱਖ-ਵੱਖ ਥਾਵਾਂ ਤੇ, ਵੱਖ-ਵੱਖ ਧਰਤੀ ਦੇ ਹਿੱਸਿਆਂ ਤੇ, ਵੱਖ-ਵੱਖ ਸਮਿਆਂ ਵਿੱਚ ਪੈਦਾ ਹੋਏ ਨੇ, ਕੁਝ ਕੁ ਆਪਸ ਵਿੱਚ ਸਮਕਾਲੀ ਨੇ, ਕੁਝ ਕੁ ਦਾ ਬਹੁਤ ਸਮੇਂ ਦਾ ਫਰਕ ਹੈ। ਕੋਈ ਮਹਾਂਪੁਰਖ ਪਹਿਲੋਂ ਹੋਇਆ, ਕੋਈ ਮਗਰੋਂ ਹੋਇਆ, ਪਰ ਸਭਨਾਂ ਦੀ ਸੁਰ ਇੱਕ ਹੀ ਹੈ ਕਿ ਇੱਕ ਪਰਮੇਸ਼ਰ ਦੀ ਸੱਤਾ
ਸਾਰੇ ਜਗਤ ਨੂੰ ਸਿਰਜਦੀ ਹੈ। ਸਾਰੇ ਸੰਸਾਰ ਦੇ ਮਨੁੱਖ ਬਰਾਬਰ ਹਨ। ਮਨੁੱਖ ਆਪਣੇ ਕਰਮਾਂ ਕਰਕੇ, ਕਿਰਦਾਰ ਕਰਕੇ ਵੱਡਾ ਜਾਂ ਛੋਟਾ ਹੈ, ਨਾ ਕਿ ਜਨਮ ਸਿੱਧ, ਰੂਪ, ਨਸਲ, ਜਾਤ, ਵਰਨ, ਬਰਾਦਰੀ ਆਦਿ ਕਰਕੇ ਵੱਡਾ ਹੈ ਜਾਂ ਛੋਟਾ ਹੈ। ਇਸ ਤਰ੍ਹਾਂ ਵੱਡਾ ਛੋਟਾ ਮੰਨਣ ਵਾਲਾ ਮਨੁੱਖ ਕਤਈ ਉਸ ਪਰਮੇਸ਼ਰ ਦੇ ਪ੍ਰੇਮ ਨੂੰ ਮਾਣ ਨਹੀਂ ਸਕਦਾ। ਉਹ ਵੰਡੀਆਂ ਤੇ ਨਫ਼ਰਤਾਂ ਦਾ ਸ਼ਿਕਾਰ ਹੋ ਕੇ ਖੱਪ ਜਾਂਦਾ ਹੈ। ਇਸ ਲਈ ਮੁਬਾਰਕ ਬਾਣੀ ਦੇ ਅੰਦਰ ਜਿੰਨੇ ਵੀ ਮਹਾਂਪੁਰਖਾਂ ਦੀ ਬਾਣੀ ਦਰਜ ਹੈ, ਖਾਸ ਰੂਪ ਭਗਤ ਸਾਹਿਬਾਨਾਂ ਦੀ, ਸਾਰੇ ਦੇ ਸਾਰੇ ਮਨੁੱਖੀ ਬਰਾਬਰਤਾ, ਸਮਾਜਿਕ ਭਾਈਚਾਰੇ ਦੇ ਉੱਤੇ ਸਭ ਤੋਂ ਵੱਧ ਜ਼ੋਰ ਦੇਣ ਵਾਲੇ ਨੇ ਔਰ ਸਾਂਝੀਵਾਲਤਾ ਦੇ ਮੁੱਦਈ ਹਨ। ਪਰ ਫਿਰ ਵੀ ਆਪਾਂ, ਕਿਉਂਕਿ ਜਦੋਂ ਇਤਿਹਾਸਕ ਘਟਨਾਕ੍ਰਮ ਨੂੰ ਪੜ੍ਹਨਾ ਹੁੰਦਾ ਹੈ, ਹਾਲਾਤ ਨੂੰ ਸਮਝਣਾ ਹੋਵੇ, ਤੇ ਸਾਨੂੰ ਇਹ ਚੀਜ਼ਾਂ ਵੀ ਨਾਲ ਦੀ ਨਾਲ ਸਮਝਣੀਆਂ ਪੈਂਦੀਆਂ ਨੇ। ਜਿਸ ਜਗ੍ਹਾ ਤੇ ਕੋਈ ਮਹਾਂਪੁਰਖ ਪੈਦਾ ਹੋਇਆ ਹੈ, ਉਸ ਮਹਾਂਪੁਰਖ ਨੂੰ ਕਿਹੜੇ ਹਾਲਾਤਾਂ ਵਿੱਚ ਕਿਹੋ ਜਿਹੀ ਵਿਚਾਰਧਾਰਾ ਜਿਹੜੀ ਸੀ ਉਹ ਸੰਸਾਰ ਨੂੰ ਉਹਨਾਂ ਨੇ ਦਿੱਤੀ, ਤੇ ਕੀ ਸੀ ਆਲੇ ਦੁਆਲੇ ਵਿੱਚ, ਸਮੇਂ ਦਾ ਪ੍ਰਭਾਵ ਕਿਹੋ ਜਿਹਾ ਸੀ, ਇਹ ਸਾਰਾ ਕੁਝ ਵੀ ਸਾਨੂੰ ਨਾਲ ਨਾਲ ਰੱਖ ਕੇ ਚੱਲਣਾ ਪੈਂਦਾ ਤਾਂ ਕਿ ਗੱਲ ਸੌਖੇ ਢੰਗ ਨਾਲ ਸਮਝੀ ਜਾ ਸਕੇ। ਭਗਤ ਜੈਦੇਵ ਜੀ ਭਾਰਤੀ ਵਰਣ ਵਿਵਸਥਾ ਮੁਤਾਬਕ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਏ ਸਨ, ਪਰ ਉਹਨਾਂ ਨੇ ਆਪਣੀ ਜ਼ਾਤ ਜਾਂ ਵਰਣ ਦਾ ਕਦੇ ਗਰੂਰ ਹੰਕਾਰ ਨਹੀਂ ਕੀਤਾ, ਨਾ ਉਹਨਾਂ ਦੇ ਸ਼ਬਦਾਂ ਵਿੱਚ ਐਸਾ ਜ਼ਿਕਰ ਹੈ। ਬਲਕਿ ਉਹ ਇੱਕ ਪਰਮੇਸ਼ਰ ਦੇ ਮੁਦਈ ਸਨ। ਨਾ ਉਹ ਅਵਤਾਰਵਾਦ ਨੂੰ ਮੰਨਦੇ ਸਨ, ਨਾ ਕਰਮ ਕਾਂਡਾਂ ਨੂੰ, ਨਾ ਤੀਰਥਾਂ ਨੂੰ। ਉਹ ਸਾਰੀਆਂ ਚੀਜ਼ਾਂ ਤੋਂ ਮੁਕਤ ਸਨ, ਜਿਵੇਂ ਬਾਕੀ ਭਗਤ ਸਾਹਿਬਾਨਾਂ ਨੇ ਆਪਣੀ ਬਾਣੀ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ। ਕੱਲ ਦੇ ਦੀਵਾਨ ਵਿੱਚ ਆਪਾਂ ਭਗਤ ਜੈਦੇਵ ਜੀ ਦਾ ਜਿਹੜਾ ਪਦਾ ਵਿਚਾਰਿਆ, ਉਹਦੀਆਂ ਅਖੀਰਲੀਆਂ ਪੰਕਤੀਆਂ ਸਨ, ਜੋਗੇਨ ਕਿੰਗ ਜਗੇਨ ਕਿੰਗ ਦਾਨੇਨ ਕਿੰਗ ਤਪਸਾ। ਨਾ ਤਾਂ ਉਹ ਯੋਗ ਸਾਧਨਾ ਭਾਵ ਪ੍ਰਾਣਾਯਾਮ ਨੂੰ ਪ੍ਰਵਾਨ ਕਰਦੇ ਸਨ, ਨਾ ਯੱਗ ਆਦਿਕ ਕਿਰਿਆਵਾਂ ਨੂੰ ਉਹ ਚੰਗਾ ਸਮਝਦੇ ਸਨ, ਨਾ ਉਹ ਕਰਮਕਾਂਡੀ ਦਾਨ ਪ੍ਰਥਾ ਨੂੰ ਪ੍ਰਵਾਨ ਕਰਦੇ ਸਨ, ਤੇ ਨਾ ਹੀ ਉਹ ਤਪ ਆਦਿਕ ਸਰੀਰ ਦੇ ਖਪਾਉਣ ਦੀ ਕਿਰਿਆ ਨੂੰ ਪ੍ਰਵਾਨ ਕਰਦੇ ਸਨ। ਉਹਨਾਂ ਦਾ ਇੱਕੋ ਹੀ ਆਸ਼ਾ ਹੈ ਕਿ ਹੇ ਮਨੁੱਖ, ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ। ਤੇ ਉਹਨਾਂ ਨੇ ਇਹੀ ਦ੍ਰਿੜ ਕੀਤ ਕਰਵਾਇਆ ਹੈ, ਗੋਬਿੰਦ ਗੋਬਿੰਦ ਦੇਤ ਜਪ ਨਰ ਸਕਲ ਸਿੱਧ ਪਦੰ। ਗੋਬਿੰਦ ਨੂੰ, ਪਰਮੇਸ਼ਰ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾ। ਨਾਮ ਦਾ ਮਾਰਗ ਹੀ ਉਹ ਇੱਕੋ ਇੱਕ ਪਵਿੱਤਰ ਮਾਰਗ ਹੈ, ਜਿਸ ਉੱਤੇ ਚੱਲ ਕੇ ਅਸੀਂ ਇੱਕ ਪਰਮੇਸ਼ਰ ਦੇ ਰਾਹ ਤੇ ਤੁਰ ਕੇ ਸੁਰਤ ਬਿਰਤੀ ਮਨ ਬਚਨ ਕਰਮ ਕਰਕੇ ਉਜਲੇ ਹੋ ਸਕਦੇ ਹਾਂ। ਹਰ ਤਰ੍ਹਾਂ ਦੇ ਉਹਨਾਂ ਜਾਤੀ ਬੰਧਨਾਂ ਤੋਂ ਮੁਕਤ ਵੀ ਸਨ ਤੇ ਸੰਸਾਰ ਨੂੰ ਹੋਕਾ ਵੀ ਦੇ ਰਹੇ ਸਨ। ਤੋ ਇਸ ਪਰਿਵਾਰ ਵਿੱਚ ਪੈਦਾ ਹੋਣ ਦਾ ਸਦਕਾ ਉਹਨਾਂ ਨੂੰ ਉੱਚੀ ਤੇ ਵਿਆਰੀ ਵਿਦਿਆ ਵੀ ਹਾਸਲ ਹੋਈ, ਕਿਉਂਕਿ ਭਾਰਤ ਵਿੱਚ ਜਿਹੜੀ ਐਜੂਕੇਸ਼ਨ ਸੀ ਉਸ ਸਮੇਂ ਵਿੱਚ, ਉਹ ਤਕਰੀਬਨ ਵੱਡੇ ਅਮੀਰ ਉੱਚੀਆਂ ਜ਼ਾਤਾਂ ਦੇ ਅਧਿਕਾਰ ਖੇਤਰ ਵਿੱਚ ਸੀ। ਮੰਨ ਲਓ ਜੇ ਤੁਸੀਂ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਏ ਹੋ ਤੇ ਤੁਹਾਨੂੰ ਪੜ੍ਹਾਈ ਦੇ ਸੋਰਸ ਸੌਖੇ ਮਿਲ ਜਾਂਦੇ ਨੇ ਤੇ ਅਵੇਲੇਬਲ ਨੇ, ਮੌਜੂਦ ਨੇ। ਜਿਸ ਨੂੰ ਕਿਹਾ ਜਾਂਦਾ ਹੈ ਵੀ ਇਹਦੀ ਬਰਾਦਰੀ ਜਾਂ ਇਹਦਾ ਵਰਣ ਛੋਟਾ ਹੈ, ਉਹਦੇ ਲਈ ਪੜ੍ਹਨਾ, ਉਹਦੇ ਲਈ ਉਹਨੂੰ ਕੋਈ ਅਮੀਰ ਜਾਂ ਉੱਚੀ ਜਾਤ ਵਾਲਾ ਪੜ੍ਹਾ ਕੇ ਵੈਸੇ ਹੀ ਰਾਜ਼ੀ ਨਹੀਂ, ਕਿਉਂਕਿ ਛੂਤ ਛਾਤ ਦੇ ਮਸਲੇ ਨੇ, ਭੇਦ ਭਾਵ ਹੈ। ਤੋ ਭਗਤ ਜੀ ਦੀ ਬਾਣੀ, ਭਗਤ ਜੈਦੇਵ ਜੀ ਦੀ ਬਾਣੀ ਵਿੱਚੋਂ ਵੀ ਸਾਨੂੰ ਜਿਹੜੀ ਸ਼ਬਦਾਂ ਦੀ ਕਠਿਨਾਈ ਹੈ, ਜੋ ਆਪਾਂ ਜੈਦੇਵ ਜੀ ਦਾ ਪਦਾ ਪਹਿਲੋਂ ਵਿਚਾਰਿਆ, ਬਹੁਤ ਹੀ ਮਹਿੰਗੇ, ਬੜੇ ਹੀ ਡਿਫਿਕਲਟ ਲਫ਼ਜ਼ ਜਿਹੜੇ ਨੇ, ਵਰਡ ਜਿਹੜੇ ਨੇ, ਉਹਨਾਂ ਨੇ ਯੂਜ਼ ਕੀਤੇ ਨੇ। ਤੋ ਇਸ ਦਾ ਭਾਵ ਹੈ ਕਿ ਉਹ ਸੰਸਕ੍ਰਿਤ ਦੇ ਬਹੁਤ ਵੱਡੇ ਗਿਆਤਾ ਸਨ, ਬੜੇ ਵੱਡੇ ਕਵੀ ਵੀ ਸਨ, ਬੜੇ ਸੋਝੀਵਾਨ ਭਗਤ ਸਨ। ਉਹਨਾਂ ਨੇ ਕਰਮਕਾਂਡੀ ਅਵਤਾਰਵਾਦ ਦੀ ਪ੍ਰਥਾ ਤੋਂ ਬਿਲਕੁਲ ਹਟ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਤੇ ਇਬਾਦਤ ਉੱਤੇ ਜ਼ੋਰ ਦਿੱਤਾ, ਸਮਾਜਿਕ ਭਾਈਚਾਰੇ ਦੇ ਉੱਤੇ ਜ਼ੋਰ ਦਿੱਤਾ, ਕਰਮਕਾਂਡਾਂ ਤੋਂ ਰਹਿਤ ਹੋਣ ਦੇ ਉੱਤੇ ਜ਼ੋਰ ਦਿੱਤਾ। ਸੋ ਇਹ ਇਸੇ ਕਰਕੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਜਿਸ ਵੇਲੇ ਆਪਣੀ ਪ੍ਰਚਾਰ ਫੇਰੀ ਤੇ ਗਏ, ਪਹਿਲੇ ਸਮੇਂ ਵਿੱਚ, ਪਹਿਲੀ ਜਿਸ ਨੂੰ ਆਪਾਂ ਉਦਾਸੀ ਵੀ ਕਹਿ ਦਿੰਦੇ, ਉਸ ਸਮੇਂ ਵਿੱਚ ਮਹਾਰਾਜ ਜਿਸ ਵੇਲੇ ਬੰਗਾਲ ਦੇ ਇਲਾਕੇ ਵਿੱਚ ਗਏ ਤਾਂ ਉੱਥੋਂ ਮਹਾਰਾਜ ਨੇ ਭਗਤ ਜੈਦੇਵ ਜੀ ਦੀ ਬਾਣੀ ਵੀ
ਉਹਨਾਂ ਦੇ ਪੈਰੋਕਾਰਾਂ ਪਾਸੋਂ ਪ੍ਰਾਪਤ ਕੀਤੀ ਤੇ ਉਸ ਬਾਣੀ ਨੂੰ ਸਤਿਗੁਰਾਂ ਨੇ ਆਪਣੀ ਪੋਥੀ ਦੇ ਵਿੱਚ ਦਰਜ ਕਰ ਲਿਆ। ਤਕਰੀਬਨ ਸਾਰੇ ਮਹਾਂਪੁਰਖਾਂ ਦੀ ਬਾਣੀ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਗਰੀਬ ਨਵਾਜ ਨੇ ਉਸੇ ਵੇਲੇ ਹੀ ਇਕੱਤਰ ਕੀਤੀ ਹੈ। ਤੋ ਭਗਤ ਜੈਦੇਵ ਜੀ ਦੇ ਵੀ 2 ਪਦੇ 2 ਸ਼ਬਦ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਆਪਣੀ ਪੋਥੀ ਵਿੱਚ ਦਰਜ ਕਰ ਲਏ। ਯਾਦ ਰਹੇ ਗੁਰੂ ਸਾਹਿਬ ਨੇ ਉਹਨਾਂ ਹੀ ਮਹਾਂਪੁਰਖਾਂ ਦੀ ਬਾਣੀ ਇਕੱਤਰ ਕੀਤੀ ਹੈ ਜਿਨ੍ਹਾਂ ਦੀ ਸੁਰ ਗੁਰੂ ਨਾਨਕ ਸਾਹਿਬ ਦੀ ਸੁਰ ਨਾਲ ਮੇਲ ਖਾਂਦੀ, ਜਿਨ੍ਹਾਂ ਦੇ ਵਿਚਾਰ ਗੁਰਮਤਿ ਆਸ਼ੇ ਅਨੁਸਾਰ ਮੁਕੰਮਲ ਨੇ। ਤੋ ਇਸ ਵਾਸਤੇ ਸ਼ਬਦ ਨੂੰ ਆਪਾਂ ਵਿਚਾਰਨ ਦਾ ਯਤਨ ਕਰਦੇ ਹਾਂ। ਸਿਰਲੇਖ ਜੋ ਸ਼ਬਦ ਦਾ ਹੈ ਰਾਗ ਮਾਰੂ, ਮਾਰੂ ਰਾਗ ਵਿੱਚ ਬਾਣੀ ਜੈ ਦਿਓ ਜੀਓ ਕੀ। ਯਾਦ ਰਹੇ ਭਗਤ ਜੈ ਦੇਵ ਅਤੇ ਜੈ ਦਿਓ ਦੋਵੇਂ ਲਫ਼ਜ਼ ਹੀ ਕਬੀਰ ਭਗਤ ਜੈਦੇਵ ਜੀ ਦੇ ਨਾਮ ਦੇ ਸੂਚਕ ਨੇ। ਤੋ ਜਿਵੇਂ ਬਾਣੀ ਵਿੱਚ ਨਾਮ ਦੇ ਵੀ ਆਉਂਦਾ ਤੇ ਨਾਮ ਦੇਵ ਵੀ ਆਉਂਦਾ, ਰੈਦਾਸ ਵੀ ਆਉਂਦਾ ਤੇ ਰਵਿਦਾਸ ਵੀ ਆਉਂਦਾ, ਇਵੇਂ ਨਾਮਾਂ ਨੂੰ ਲਿਖਣ ਵਿੱਚ ਵੀ ਕਿਤੇ ਨਾ ਕਿਤੇ ਭਿੰਨਤਾ ਜਿਹੜੀ ਹੈ ਉਹ ਹੈ। ਬਾਣੀ ਜੈ ਦੇਵ ਜੀਓ ਕੀ, ਜੈ ਦੇਵ ਜੀਓ ਕਾ ਇਹ ਪਦਾ, ਇਹ ਸ਼ਬਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਹਿੰਦਸਾ ਹੈ, ਹਿਸਾਬ ਦਾ ਅੱਖਰ ਹੈ। ਇਹਦਾ ਭਾਵ ਹੈ ਉਹ ਪਰਿਪੂਰਨ ਪ੍ਰਮਾਤਮਾ ਪਰਮੇਸ਼ਰ ਇੱਕ ਰਸ ਸਾਰੀ ਕਾਇਨਾਤ ਖਲਕਤ ਵਿੱਚ ਵਿਆਪਕ, ਉਹ ਸਦੀਵ ਕਾਲ ਹੋਂਦ ਵਾਲਾ ਹੈ। ਸੱਚੇ ਗੁਰੂ ਦੇ ਬਖਸ਼ਿਸ਼ ਸਦਕਾ, ਕਿਰਪਾ ਸਦਕਾ, ਗੁਰੂ ਦੇ ਅਨੁਭਵ ਉਪਦੇਸ਼ ਨਾਲ ਜੁੜਨ ਸਦਕਾ ਉਸ ਦੀ ਸੋਝੀ ਜੀਵ ਨੂੰ ਹੁੰਦੀ ਹੈ। ਰਹਾਉ ਦਾ ਬੰਦ ਹੈ ਮਨ, ਹੇ ਮੇਰੇ ਮਨ ਆਦ ਗੁਣ, ਆਦ ਮੁੱਢ ਨੂੰ ਕਹਿੰਦੇ ਹਨ, ਬੇਸ ਨੂੰ, ਆਧਾਰ ਨੂੰ। ਉਹ ਪਰਮੇਸ਼ਰ ਜੋ ਸਾਰੇ ਜਗਤ ਦਾ ਮੂਲ ਹੈ, ਜਿਸ ਵਿੱਚੋਂ ਹੀ ਸਾਰੀ ਕਾਇਨਾਤ ਤੇ ਦਿਸਦੇ ਅਣਦਿਸਦੇ ਪਸਾਰੇ ਦੀ ਉਤਪਤੀ ਹੋਈ, ਪੈਦਾਇਸ਼ ਹੋਈ। ਇਹਨੂੰ ਇਉਂ ਕਹਿ ਸਕਦੇ ਹਾਂ ਵੀ ਜੋ ਸਭਨਾ ਦਾ ਕ੍ਰੀਏਟਰ ਹੈ, ਸਿਰਜਣਹਾਰ ਹੈ, ਪੈਦਾ ਕਰਦਾ, ਉਸ ਨੂੰ ਕਿਹਾ ਹੈ ਆਦ, ਮੁੱਢ, ਬੇਸ, ਆਧਾਰ। ਉਹ ਸੱਤਾ ਜੋ ਸਾਰੀ ਕਾਇਨਾਤ ਨੂੰ ਸਿਰਜਣ ਵਾਲੀ ਹੈ, ਸਾਰੀ ਕਾਇਨਾਤ ਦਾ ਮੁੱਢ ਹੈ, ਜਿਸ ਵਿੱਚੋਂ ਸਭ ਕੁਝ ਪੈਦਾ ਹੁੰਦਾ ਹੈ ਤੇ ਜਿਸ ਦੇ ਹੁਕਮ ਵਿੱਚ ਚੱਲਦਾ ਹੈ ਤੇ ਜਿਸ ਦੇ ਵਿੱਚ ਹੀ ਸਭ ਕੁਝ ਵਿਲੀਨ ਹੋ ਜਾਂਦਾ ਹੈ, ਰਲ ਜਾਂਦਾ ਹੈ। ਇਸੇ ਲਈ ਬਾਣੀ ਵਿੱਚ ਉਹਨੂੰ ਤਸ਼ਬੀਹਾਂ ਦਿੱਤੀਆਂ ਨੇ ਕਿ ਜਿਵੇਂ ਸਮੁੰਦਰ ਵਿੱਚੋਂ ਪਾਣੀ ਦੀਆਂ ਛੱਲਾਂ ਉੱਠਦੀਆਂ ਨੇ ਤੇ ਫਿਰ ਸਮੁੰਦਰ ਵਿੱਚ ਹੀ ਸਮਾ ਜਾਂਦੀਆਂ, ਧੂੜ ਦੇ ਕਣ ਉੱਠਦੇ ਨੇ ਤੇ ਧੂੜ ਦੇ ਵਿੱਚ ਹੀ ਸਮਾ ਜਾਂਦਾ। ਭਾਵ ਉਹੀ ਓੜਕ ਨੂੰ, ਉਹੀ ਇੱਕੋ ਇੱਕ ਸੱਤਾ ਹੈ ਜਿਸ ਵਿੱਚੋਂ ਭਾਂਤ ਭਾਂਤ ਦੇ ਪਸਾਰੇ ਦੀ ਉਤਪਤੀ ਹੁੰਦੀ ਹੈ, ਕ੍ਰੀਏਸ਼ਨ ਹੁੰਦੀ ਹੈ। ਤੇ ਫਿਰ ਸਾਰਾ ਕੁਝ ਜਦੋਂ ਸਮਾਂ ਪਾ ਕੇ ਮਿਟਦਾ ਹੈ ਤੇ ਕਿੱਥੇ ਜਾਂਦਾ? ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾ। ਜਿੱਥੋਂ ਉਪਜਿਆ ਉੱਥੇ ਹੀ ਅਭੇਦ ਹੋ ਜਾਂਦਾ। ਗੁਰਮਤਿ ਦਾ ਆਸ਼ਾ ਤਾਂ ਇਹ ਕਹਿੰਦਾ ਵੀ ਕੋਈ ਚੀਜ਼ ਨਾ ਕਿਤੇੋਂ ਆਈ ਸੀ ਨਾ ਇਹਨੇ ਕਿਤੇ ਜਾਣਾ, ਇਹ ਪ੍ਰੋਸੈਸ ਵਿੱਚ ਹੈ, ਸਫ਼ਰ ਵਿੱਚ ਹੈ, ਲਗਾਤਾਰ ਸਫ਼ਰ ਕਰ ਰਹੀ, ਹਰ ਚੀਜ਼ ਸਫ਼ਰ ਵਿੱਚ ਹੈ। ਉਹਦਾ ਪੈਦਾ ਹੋਣਾ, ਉਹਦਾ ਚੱਲਣਾ, ਉਹਦਾ ਨਾਸ਼ ਹੋ ਜਾਣਾ ਇੱਕ ਪਾਰਟ ਹੈ, ਇੱਕ ਹਿੱਸਾ ਹੈ। ਪੈਦਾਇਸ਼, ਚੱਲਣਾ ਤੇ ਨਾਸ਼ ਹੋਣਾ ਇਹ ਹਿੱਸਾ ਹੈ ਕੁਦਰਤੀ ਵਰਤਾਰੇ ਦਾ। ਤੋ ਕੁਦਰਤ ਦੇ ਮੁਤਾਬਕ ਜਿਹੜਾ ਹੈ ਉਹ ਨਾ ਕੁਝ ਵੱਖਰਾ ਕਿਤੇੋਂ ਆ ਰਿਹਾ ਹੈ ਤੇ ਨਾ ਕਿਤੇ ਵੱਖਰੀ ਥਾਂ ਤੇ ਜਾ ਰਿਹਾ ਹੈ। ਉਹ ਉਹਦੇ ਵਿੱਚੋਂ ਹੀ ਪੈਦਾ ਹੋ ਕੇ ਉਹਦੇ ਮੁਤਾਬਕ ਹੀ ਚੱਲ ਕੇ ਉਹਦੇ ਵਿੱਚ ਹੀ ਖਤਮ ਹੋ ਜਾਂਦਾ। ਜਿਵੇਂ ਪਾਣੀ ਤੋਂ ਉੱਠਦੀਆਂ ਛੱਲਾਂ ਪਾਣੀ ਵਿੱਚ ਹੀ ਵਿਲੀਨ ਹੋ ਜਾਂਦੀਆਂ, ਪਰ ਉਹਨਾਂ ਦਾ ਵੱਖਰਾ ਰੂਪ ਜਿਹੜਾ ਜਦੋਂ ਪਾਣੀ ਦੇ ਵਿੱਚੋਂ ਹਵਾ ਦੇ ਵੇਗ ਨਾਲ ਛੱਲ ਉੱਠਦੀ ਹੈ ਤੇ ਇਵੇਂ ਲੱਗਦਾ ਕੋਈ ਵੱਖਰੀ ਚੀਜ਼ ਹੈ। ਬਸ ਉਸੇ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਉਹਨੂੰ ਵੱਖਰਾ ਸਮਝਦਾ ਉਹ ਭੁਲੇਖੇ ਵਿੱਚ ਹੈ। ਉਹ ਉਸੇ ਪਾਣੀ ਦਾ ਹਿੱਸਾ ਹੈ, ਉਸੇ ਸਮੁੰਦਰ ਦਾ ਹੀ ਅੰਗ ਹੈ, ਪਰ ਹਵਾ ਦੇ ਸੰਯੋਗ ਨਾਲ ਉਹ ਪਾਣੀ ਜਦੋਂ ਉਛਲਿਆ ਤਾਂ ਤੁਹਾਡੀ ਨਜ਼ਰ ਨੂੰ ਲੱਗਿਆ ਵੀ ਇਹ ਵੱਖਰੀ ਚੀਜ਼ ਹੈ। ਉਹ ਜਿਹੜਾ ਵੱਖਰੇ ਹੋਣ ਦਾ ਭਰਮ ਪਾੜ ਲੈਂਦਾ ਹੈ ਉਹ ਮਨੁੱਖ ਗਰੂਰ ਤੇ ਹੰਕਾਰ ਦਾ ਸ਼ਿਕਾਰ ਹੁੰਦਾ। ਉਹ ਕੁਦਰਤੀ ਵਰਤਾਰੇ ਨੂੰ ਇਕੱਠਿਆਂ ਸਮਝਣ ਦੀ ਬਜਾਏ ਅਲੱਗ-ਅਲੱਗ ਕਰਕੇ ਵੇਖਦਾ। ਇਸ ਲਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਉਸ ਨੂੰ ਫਰਮਾਇਆ, ਮਨ ਆਦਿ ਗੁਣ, ਜੋ ਜਗਤ ਦਾ ਮੂਲ ਹੈ ਉਸ ਦੇ ਗੁਣ ਆਦਿ ਵਖਾਣਿਆ।
ਉਸ ਸਿਰਜਣਹਾਰ ਦੇ ਗੁਣ ਆਦਿਕਾਂ ਨੂੰ ਵਖਾਣ। ਵਖਾਣ ਦਾ ਮਤਲਬ ਹੈ ਉਸ ਦੀ ਵਿਚਾਰ ਕਰ। ਵਖਾਨਣਾ ਸ਼ਬਦ ਦਾ ਮਤਲਬ ਹੁੰਦਾ ਹੈ ਵਖਿਆਨ ਕਰਨਾ, ਕਹਿਣਾ, ਆਖਣਾ, ਸੰਵਾਦ ਕਰਨਾ, ਵਿਚਾਰ ਕਰਨਾ। ਤੇ ਇਹ ਵਖਾਨਣਾ ਕੱਲਾ ਜ਼ਬਾਨ ਦਾ ਵਿਸ਼ਾ ਨਹੀਂ ਹੈ ਵੀ ਕਹਿ ਦੇਣਾ, ਨਹੀਂ। ਉਹਦਾ ਭਾਵ ਹੁੰਦਾ ਹੈ ਉਸ ਨੂੰ ਆਪਣੀ ਚੇਤਨਾ ਵਿੱਚ ਵਸਾਉਣਾ। ਆਪਾਂ ਜਦੋਂ ਕੁਝ ਕਹਿੰਦੇ ਵੀ ਆ ਤੇ ਦੂਜੇ ਨੂੰ ਸੁਣਾਉਣ ਲਈ ਕਹਿੰਦੇ ਆ ਨਾ। ਤੇ ਸੁਣਾਉਣ ਲਈ ਕਿਉਂ ਕਹਿੰਦੇ ਆ? ਵੀ ਸੁਣ ਕੇ ਕੀ ਕਰਨਾ? ਸੁਣ ਕੇ ਸੁਰਤ ਵਿੱਚ ਵਸਾਉਣਾ, ਉਸ ਦਾ ਚੇਤਾ ਰੱਖਣਾ, ਉਸ ਨੂੰ ਯਾਦ ਰੱਖਣਾ। ਫਿਰ ਆਖਦੇ ਨੇ ਇਹਦੇ ਨਾਲ ਕੀ ਹੋਏਗਾ? ਭਗਤ ਜੈਦੇਵ ਜੀ ਆਖਦੇ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ। ਇਹਦੇ ਨਾਲ ਕੀ ਹੋਏਗਾ? ਤੇਰੀ ਜਿਹੜੀ ਦੁਬਦਾ ਵਾਲੀ ਦ੍ਰਿਸ਼ਟੀ ਹੈ, ਜੀਵਨ ਦਾ ਜਿਹੜਾ ਦ੍ਰਿਸ਼ਟੀਕੋਣ, ਵਰਤਾਰਾ, ਜੀਵਨ ਦੀ ਜਿਹੜੀ ਘਾੜਤ ਦੁਬਦਾ ਵਾਲੀ ਤੇਰੀ ਬਣੀ ਹੈ, ਸਮਾਨ ਹੋ ਜਾਏ। ਭਾਵ ਤੇਰੇ ਅੰਦਰ ਸਹਿਜ ਪੈਦਾ ਹੋਏਗਾ ਦੁਬਦਾ ਵਿੱਚੋਂ ਨਿਕਲ ਕੇ। ਦੁਬਦਾ ਕੀ ਹੈ? ਦੁਬਦਾ ਦਾ ਭਾਵ ਹੈ ਜਿੱਥੇ ਦੁਜਾਏਗੀ। ਦੋ ਚੀਜ਼ਾਂ ਨੇ, ਦੋ ਚੀਜ਼ਾਂ ਨੇ ਤੇ ਦੁਬਦਾ ਹੈ। ਮੰਨ ਲਓ ਦੋ ਰਸਤੇ ਨੇ ਇੱਕ ਜਗ੍ਹਾ ਤੇ, ਅਸੀਂ ਇੱਕ ਰਸਤੇ ਤੋਂ ਆ ਰਹੇ, ਅੱਗੇ ਦੋ ਰਸਤੇ ਵੱਖਰੇ ਵੱਖਰੇ ਹੋ ਗਏ। ਹੁਣ ਸਾਨੂੰ ਪਤਾ ਨਹੀਂ ਵੀ ਅਸੀਂ ਜਿੱਥੇ ਜਾਣਾ ਇਹਨਾਂ ਦੋਵਾਂ ਰਸਤਿਆਂ ਵਿੱਚੋਂ ਕਿਹੜਾ ਰਸਤਾ ਉੱਥੇ ਜਾਂਦਾ, ਤੇ ਅਸੀਂ ਉੱਥੇ ਕਨਫਿਊਜ਼ ਹੋਵਾਂਗੇ ਵੀ ਆਹ ਰਸਤਾ ਸਹੀ ਹੈ ਕਿ ਆਹ ਰਸਤਾ ਸਹੀ ਹੈ। ਫਿਰ ਅਸੀਂ ਕਿਸੇ ਨੂੰ ਪੁੱਛਦੇ ਹਾਂ, ਉਹ ਪੁੱਛਦੇ ਕਿਉਂ? ਕਿਉਂਕਿ ਸਾਨੂੰ ਕਨਫਿਊਜ਼ਨ ਹੈ ਵੀ ਰਸਤੇ ਦੋ ਨੇ, ਕਿਤੇ ਐਸਾ ਨਾ ਹੋਵੇ ਅਸੀਂ ਗਲਤ ਰਾਹ ਦੇ ਉੱਤੇ ਤੁਰ ਪਈਏ, ਘੰਟਿਆਂ ਬੱਧੀ ਸਫ਼ਰ ਵੀ ਕਰੀਏ ਤੇ ਅਸੀਂ ਗਲਤ ਦਿਸ਼ਾ 'ਚ ਕਰ ਲਈਏ। ਤਾਂ ਜੇ ਰਸਤਾ ਇੱਕ ਹੁੰਦਾ ਤੇ ਕਨਫਿਊਜ਼ਨ ਨਹੀਂ ਸੀ ਹੋਣੀ। ਸਾਨੂੰ ਪਤਾ ਵੀ ਹੋਰ ਕੋਈ ਰਾਹ ਜਾਂਦਾ ਹੀ ਨਹੀਂ, ਇਹੀ ਜਾਂਦਾ। ਜਿੱਥੇ ਦੋ ਚੀਜ਼ਾਂ ਦਾ ਪ੍ਰਭਾਵ ਇਕੱਠਿਆਂ ਪੈਣਾ ਸ਼ੁਰੂ ਹੋ ਜਾਏਗਾ, ਉੱਥੇ ਹੀ ਦੁਬਦਾ ਉਸੇ ਨੂੰ ਕਿਹਾ ਜਾਂਦਾ ਹੈ ਕਨਫਿਊਜ਼ਨ। ਕਨਫਿਊਜ਼ਨ ਕਿੰਨਾਂ ਗੱਲਾਂ ਨੂੰ ਲੈ ਕੇ ਮਨੁੱਖ ਦੇ ਮਨ ਵਿੱਚ? ਬਹੁਤ ਗੱਲਾਂ ਨੂੰ। ਪਰ ਇੱਥੇ ਕਿਸ ਦੁਬਦਾ ਦਾ ਜ਼ਿਕਰ ਹੈ? ਇੱਥੇ ਦੁਬਦਾ ਹੈ ਆਪਣੀ ਹਉਮੈ ਨੂੰ ਵੀ ਪੁਗਾਉਣਾ ਹੈ ਤੇ ਜੀਵਨ ਵਿੱਚ ਸੁੱਖ, ਸਹਿਜ ਤੇ ਟਿਕਾਊ ਵੀ ਮੰਨਣਾ ਹੈ। ਦੋਵੇਂ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ। ਜੇ ਮਨੁੱਖ ਆਪਣੇ ਅੰਦਰ ਦੀ ਨਫ਼ਰਤ ਵੀ ਨਾ ਛੱਡੇ ਤੇ ਮਨ ਦੇ ਟਿਕਾ ਦੀ ਕੋਸ਼ਿਸ਼ ਵੀ ਕਰੇ ਵੀ ਮਨ ਵੀ ਟਿਕ ਜਾਏ, ਇਹ ਕਨਫਿਊਜ਼ਨ ਵਾਲਾ ਰਸਤਾ ਹੈ। ਇਹਨਾਂ ਦੋਵਾਂ ਰਸਤਿਆਂ ਤੇ ਇੱਕੇ ਵਾਰ ਨਹੀਂ ਤੁਰਿਆ ਜਾ ਸਕਦਾ, ਔਰ ਨਫ਼ਰਤ ਸਦਕਾ ਮਨ ਨੂੰ ਟਿਕਾ ਨਹੀਂ ਦਿੱਤਾ ਜਾ ਸਕਦਾ। ਇਸ ਲਈ ਬਾਣੀ ਨੇ ਕਿਹਾ ਵੀ ਤੂੰ ਕਨਫਿਊਜ਼ ਹੈ, ਤੂੰ ਇੱਕ ਪਾਸੇ ਨਹੀਂ ਲੱਗਦਾ। ਇਹਦੀ ਜਿਹੜੀ ਤੁਲਨਾ ਬਾਣੀ ਵਿੱਚ ਇਉਂ ਕੀਤੀ ਹੈ, ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਧੰਨ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਦੀ ਬਾਣੀ ਵਿੱਚ ਕਿਹਾ, ਦਾਣਾ ਦੁਫਾੜ ਹੋਵੇ, ਟੁੱਟਾ ਹੋਵੇ ਤੇ ਕਿਸਾਨ ਉਹਨੂੰ ਬੀਜਦਾ ਨਹੀਂ, ਕਿਉਂਕਿ ਉਹਨੂੰ ਪਤਾ ਹੈ ਵੀ ਸਾਬਤ ਬੀਜ ਹੀ ਉਗਣ ਦੀ ਤਾਕਤ ਰੱਖਦਾ। ਜਿਹੜਾ ਦਾਣਾ ਟੁੱਟਾ ਹੈ, ਖਾਧਾ ਹੋਇਆ ਹੈ, ਭੁਰਿਆ ਹੋਇਆ ਹੈ, ਦਲਿਆ ਹੋਇਆ ਹੈ, ਉਹ ਜਿਹੜਾ ਬੀਜ ਹੈ, ਉਹ ਭਾਵੇਂ ਮਣਾ ਮੂਈ ਵੀ ਉਹ ਖੇਤ ਵਿੱਚ ਜਾ ਕੇ ਸੁੱਟਦਾ, ਉਹਨੇ ਉਗਣਾ ਨਹੀਂ, ਉੱਗੇਗਾ ਸਾਬਤ ਬੀਜ। ਇਸੇ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਸ ਪ੍ਰਮਾਣ ਰਾਹੀਂ ਇਹ ਸਿੱਧ ਕੀਤਾ ਹੈ ਕਿ ਦੁਬਦਾ ਵਾਲਾ ਮਨੁੱਖ ਕਦੇ ਵੀ ਆਪਣੇ ਜੀਵਨ ਦੇ ਆਸ਼ੇ ਨੂੰ ਪ੍ਰਾਪਤ ਨਹੀਂ ਕਰ ਸਕਦਾ, ਕਿਸੇ ਏਮ ਤੇ ਨਹੀਂ ਪਹੁੰਚ ਸਕਦਾ। ਜਿਸ ਨੇ ਆਪਣੀ ਦੁਬਦਾ ਦਾ ਤਿਆਗ ਕੀਤਾ ਹੈ, ਆਪਣਾ ਏਮ ਮਿਥ ਲਿਆ, ਨਿਸ਼ਾਨੇ ਨੂੰ ਜਿਸ ਨੇ ਸਨਮੁਖ ਰੱਖਿਆ ਤੇ ਸ਼ਿੱਦਤ ਨਾਲ ਸੰਘਰਸ਼ ਕਰਕੇ ਉਹ ਉਸ ਰਾਹ ਦਾ ਪਾਂਧੀ ਬਣ ਗਿਆ, ਉਹ ਆਪਣੇ ਨਿਸ਼ਾਨੇ ਨੂੰ ਸਰ ਕਰ ਲੈਂਦਾ, ਫਤਹ ਹਾਸਲ ਕਰ ਲੈਂਦਾ। ਇਸ ਲਈ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਦੁਬਦਾ ਬੌਰੀ ਮਨ ਬੌਰਾਇਆ। ਦੁਬਦਾ ਇੱਕ ਝੱਲਾਪਨ ਹੈ ਤੇ ਮਨ ਇਸ ਝੱਲੇਪਨ ਦਾ ਸ਼ਿਕਾਰ ਹੈ। ਕਬੀਰ ਧਰਤੀ ਅਰ ਆਕਾਸ਼ ਮੈਂ ਦੋਏ ਤੂੰ ਬੜੀ ਅਬਦ, ਹੇ ਦੁਬਦਾ ਤੂੰ ਬੜੀ ਖਤਰਨਾਕ ਚੀਜ਼ ਹੈ। ਖਟ ਦਰਸ਼ਨ ਸੰਸੇ ਪਰੇ ਔਰ 84 ਸਿੱਧ। 84 ਸਿੱਧ ਔਰ ਖਟ ਦਰਸ਼ਨ, 6 ਦਰਸ਼ਨਾਂ ਨਾਲ ਸੰਬੰਧ ਰੱਖਣ ਵਾਲੇ ਸਾਰੇ ਦੇ ਸਾਰੇ ਇਸ ਦੁਬਦਾ ਨੇ ਹੀ ਮਾਰ ਮੁਕਾਏ। ਉਹਨਾਂ ਨੇ ਇੱਕ ਤੱਤ ਨੂੰ ਪਛਾਣਨ ਤੋਂ ਖੁੰਝ ਕੇ ਦੁਬਦਾ ਵਿੱਚ ਹੀ ਆਪਣਾ ਸਾਰਾ ਫਲਸਫਾ ਗਵਾ ਲਿਆ। ਤੋ ਇਸ ਵਾਸਤੇ ਫਰਮਾਉਂਦੇ ਨੇ, ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ, ਤੇਰੀ ਦੁਬਦਾ ਵਾਲੀ ਦ੍ਰਿਸ਼ਟੀ, ਦੁਬਦਾ ਵਾਲੀ ਘਾੜਤ ਖਤਮ ਹੋ ਜਾਏਗੀ, ਮਨ ਹਿਰਦਾ ਸਾਫ਼, ਪੱਧਰਾ ਤੇ ਸਪਸ਼ਟ ਹੋ ਜਾਏ।
ਪਰ ਕਿਵੇਂ ਹੋਏਗਾ? ਪਰਮੇਸ਼ਰੀ ਗੁਣਾਂ ਨੂੰ ਜੀਵਨ ਦਾ ਆਧਾਰ ਬਣਾ ਕੇ। ਤੋ ਆਰੰਭ ਦੇ ਬਚਨ ਵਿੱਚ ਕਹਿੰਦੇ ਨੇ, ਜਿਨ੍ਹਾਂ ਨੇ ਪਰਮੇਸ਼ਰ ਦੇ ਸਿਰਜਣਹਾਰ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਭਾਗ ਤੇ ਹਿੱਸਾ ਬਣਾਇਆ, ਉਹਨਾਂ ਨੂੰ ਯੋਗ ਦੇ ਪ੍ਰਾਣਾਯਾਮ ਦੀ ਲੋੜ ਨਹੀਂ ਪੈਂਦੀ। ਜਿਵੇਂ ਆਪਾਂ ਕੱਲ ਦੇ ਦੀਵਾਨ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਉਹ ਪ੍ਰਾਣਾਯਾਮ ਕੀ ਹੈ? ਪ੍ਰੋਪਰ ਇੱਕ ਵਿਧੀ ਨਾਲ ਖੱਬੀ, ਸਾਡਾ ਜਿਹੜਾ ਨੱਕ ਹੈ ਇਹਦੀ ਖੱਬੇ ਹਿੱਸੇ ਨਾਲ ਸਾਹ ਨੂੰ ਖਿੱਚਣਾ, ਫਿਰ ਉਸ ਨੂੰ ਰੋਕਣਾ, ਤੇ ਜਦੋਂ ਉਹਨੂੰ ਰੋਕਣਾ ਹੈ ਤੇ 16 ਵਾਰ ਓਮ ਸ਼ਬਦ ਦਾ ਜਾਪ ਕਰਨਾ, 16 ਵਾਰ। ਫਿਰ ਉਸ ਨੂੰ ਸੱਜੀ ਨੱਕ ਦੇ ਸੱਜੇ ਹਿੱਸੇ ਰਾਹੀਂ ਫਿਰ ਉਸ ਸਾਹ ਨੂੰ ਛੱਡਣਾ। ਇਹ ਪ੍ਰਾਣਾਯਾਮ ਰੈਗੂਲਰ ਅਭਿਆਸ ਇਹਦਾ ਕਰਨਾ। ਇਸ ਅਭਿਆਸ ਦੇ ਪਿੱਛੇ ਜਿਹੜਾ ਲੌਜਿਕ ਹੈ, ਜਿਹੜਾ ਤਰਕ ਹੈ, ਉਹ ਇਹ ਹੈ ਕਿ ਇਵੇਂ ਸਾਡੀਆਂ ਇੰਦਰੀਆਂ ਤੇ ਮਨ ਸ਼ਾਂਤ ਹੋ ਜਾਂਦਾ, ਸਾਡੇ ਅੰਦਰ ਦੀ ਨੈਗੇਟਿਵਿਟੀ ਖਤਮ ਹੋ ਜਾਂਦੀ, ਵਿਕਾਰਾਂ ਤੇ ਬੁਰਾਈਆਂ ਦਾ ਪ੍ਰਭਾਵ ਤੇ ਮਨ ਦੀ ਦੌੜ ਭੱਜ, ਮਨ ਦਾ ਮਾਇਆ ਵੱਲ, ਵਿਸ਼ਿਆਂ ਵਿਕਾਰਾਂ ਵੱਲ ਭਟਕਣਾ ਖਤਮ ਹੋ ਜਾਂਦਾ। ਇਹ ਤੇ ਹੈ ਕਿ ਜਿਹੜਾ ਸਰੀਰ ਹੈ, ਜੇ ਤੁਸੀਂ ਆਪਣੇ ਸਰੀਰ ਨਾਲ ਕੋਈ ਵੀ ਐਕਸਰਸਾਈਜ਼ ਕਰਦੇ ਹੋ ਤਾਂ ਉਹ ਤੁਹਾਡੇ ਸਰੀਰ ਨੂੰ ਤੰਦਰੁਸਤੀ ਤਾਂ ਦੇ ਸਕਦਾ ਹੈ, ਕੁਝ ਸਮੇਂ ਲਈ ਤੁਹਾਡੇ ਮਨ ਨੂੰ ਰਿਲੈਕਸ ਕਰ ਸਕਦਾ, ਮਾਈਂਡ ਨੂੰ। ਪਰ ਜੇ ਕੋਈ ਕਵੇ ਨਾ ਵੀ ਸਰੀਰ ਦੀ ਕਸਰਤ ਨਾਲ ਹੀ ਕੋਈ ਭਗਤ ਬਣ ਜਾਂਦਾ ਹੈ, ਕੋਈ ਪਾਪੀ ਨੇਕ ਪੁਰਖ ਬਣ ਜਾਂਦਾ ਹੈ, ਤਾਂ ਗੁਰਮਤਿ ਨੇ ਇਸ ਵਿਚਾਰ ਨੂੰ ਨਹੀਂ ਮੰਨਿਆ। ਸਰੀਰ ਦੀ ਕਸਰਤ ਸਰੀਰ ਨੂੰ ਰਿਲੈਕਸ ਕਰ ਸਕਦੀ ਹੈ। ਤੁਹਾਡਾ ਤਣਾਅ, ਕੁਝ ਜਿਹੜੀਆਂ ਚੀਜ਼ਾਂ ਸਰੀਰ ਦੇ ਰਾਹੀਂ ਇਫੈਕਟ ਪਾਉਂਦੀਆਂ ਨੇ ਤੁਹਾਡੇ ਤੇ, ਉਹ ਤਾਂ ਮਸਲੇ ਹੱਲ ਹੋ ਸਕਦੇ ਨੇ। ਪਰ ਜੇ ਕੋਈ ਆਖੇ ਮਨ ਦੀਆਂ ਗੁੰਝਲਾਂ ਖਤਮ ਹੋ ਜਾਣਗੀਆਂ, ਇਹ ਨਹੀਂ ਹੋ ਸਕਦਾ। ਮਨ ਦਾ ਇਲਾਜ ਜਿਹੜਾ ਹੈ, ਮਨ ਦੀ ਖਰਾਬੀ ਵਿਚਾਰਾਂ ਕਰਕੇ ਹੈ ਨਾ। ਮਨ ਦੀ ਜਿਹੜੀ ਖਰਾਬੀ ਉਹ ਵਿਚਾਰਾਂ ਕਰਕੇ ਹੈ, ਫੁਰਨਿਆਂ ਕਰਕੇ ਹੈ, ਸਾਡੇ ਅੰਦਰ ਉੱਠਦੇ ਹੋਏ ਵੇਗ ਕਰਕੇ ਹੈ, ਤੇ ਉਸ ਨੂੰ ਸੁਲਝਾਇਆ ਵੀ ਵਿਚਾਰਾਂ ਕਰਕੇ ਜਾਣਾ। ਇਸ ਕਰਕੇ ਮਹਾਰਾਜ ਨੇ ਬਾਣੀ 'ਚ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਲਿਖਿਆ। ਗੁਰੂ ਸਾਹਿਬ ਇਸ ਗੱਲ ਤੋਂ ਇਨਕਾਰੀ ਨਹੀਂ ਵੀ ਕੋਈ ਸਰੀਰਕ ਕਸਰਤ ਨਾ ਕਰੇ, ਪਰ ਉਹਨੂੰ ਮਹਿਜ਼ ਸਰੀਰ ਤੱਕ ਰੱਖੇ ਵੀ ਇਸ ਸਰੀਰ ਦੀ ਤੰਦਰੁਸਤੀ ਲਈ ਮੈਂ ਕਰ ਰਿਹਾ। ਹੁਣ ਵੇਖੋ ਨਾ, ਮੈਂ ਇੱਕ ਉਦਾਹਰਣ ਦੇਣਾ। ਇੱਕ ਮਨੁੱਖ ਹੈ ਜਿਸ ਨੂੰ ਕੇਵਲ ਖਾਣ ਦਾ ਹੀ ਚਸਕਾ ਹੈ, ਕਿ ਉਸਨੇ ਜ਼ਬਾਨ ਦੇ ਚਸਕੇ ਲਈ ਖਾਈ ਹੀ ਜਾਣਾ, ਖਾਈ ਹੀ ਜਾਣਾ। ਉਹਨੂੰ ਗੁਰੂ ਸਾਹਿਬ ਕੀ ਕਹਿੰਦੇ ਨੇ? ਤ੍ਰਿਗ ਇਵੇਹਾ ਜੀਵਣਾ ਜਿਤ ਖਾਏ ਵਧਾਇਆ ਪੇਟ। ਭਾਵੇਂ ਕੇਵਲ ਚਸਕੇ ਲਈ ਜਿਉਂਦਾ ਹੈ ਤੂੰ, ਤੈਨੂੰ ਇਸ ਨਾਲ ਕੋਈ ਮਤਲਬ ਵੀ ਇਹਦੀ ਲੋੜ ਹੈ ਕਿ ਨਹੀਂ ਹੈ, ਭੁੱਖ ਹੈ ਕਿ ਨਹੀਂ ਹੈ, ਸਰੀਰ ਨੂੰ ਫਿੱਟ ਹੈ ਕਿ ਨਹੀਂ ਹੈ, ਇਹਦਾ ਮਤਲਬ ਨਹੀਂ ਰਹਿ ਗਿਆ ਉਹਦੇ ਲਈ। ਉਹ ਇੱਕ ਲਾਲਸਾ ਦਾ ਵਜ੍ਹਾ ਹੈ। ਇੱਕ ਦੂਜਾ ਮਨੁੱਖ ਹੈ, ਉਹਨੂੰ ਭੁੱਖ ਲੱਗਦੀ, ਉਹ ਤਾਂ ਵੀ ਨਹੀਂ ਖਾਂਦਾ, ਉਹ ਵਰਤ ਰੱਖਦਾ ਹੈ, ਉਹ ਬਹੁਤ ਲੰਮੀਆਂ ਸਮਾਧੀਆਂ ਲਾ ਕੇ ਭੁੱਖਾ ਰਹਿ ਕੇ, ਤੇ ਜਾਂ ਫਿਰ ਜੇ ਜ਼ਿਆਦਾ ਹੀ ਭੁੱਖ ਜ਼ੋਰ ਪਾਏ ਤੇ ਰੁੱਖਾਂ ਦੇ ਪੱਤੇ, ਕੰਦ ਮੂਲ, ਜੜ੍ਹਾਂ ਜੰਗਲ ਚੋਂ ਇਕੱਠੀਆਂ ਕਰਕੇ ਖਾ ਲਈਆਂ। ਗੁਰੂ ਸਾਹਿਬ ਨੇ ਉਹਨੂੰ ਵੀ ਪ੍ਰਵਾਨ ਨਹੀਂ ਕੀਤਾ। ਉਹਨੂੰ ਕੀ ਆਖਿਆ ਬਾਣੀ ਵਿੱਚ? ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ। ਮਹਾਰਾਜ ਕਹਿੰਦੇ ਨੇ ਵੀ ਦੋਵੇਂ ਹੀ ਬੰਦੇ ਜਿਹੜੇ ਨੇ ਕਿਸੇ ਮਰਿਆਦਾ ਵਿੱਚ ਨਹੀਂ ਆ ਰਹੇ, ਕਿਸੇ ਜਿਹੜਾ ਲਾਅ ਆਫ ਨੇਚਰ ਹੈ, ਜਿਸ ਨੂੰ ਅਸੀਂ ਕਹਿੰਦੇ ਕੁਦਰਤ ਦਾ ਨਿਯਮ ਹੈ ਕਿ ਸਰੀਰ ਨੂੰ ਭੁੱਖ ਲੱਗਦੀ। ਕਿਉਂ ਲੱਗਦੀ? ਕਿਉਂਕਿ ਸਰੀਰ ਨੂੰ એનર્ਜੀ ਚਾਹੀਦੀ ਹੈ, ਸਰੀਰ ਦੀ ਲੋੜ ਹੈ। ਹੁਣ ਜਿਹੜਾ ਉਸ ਲੋੜ ਨਾਲ ਟਕਰਾ ਰਿਹਾ, ਇੱਕ ਤਾਂ ਉਹ ਟਕਰਾ ਰਿਹਾ ਜਿਹੜਾ ਬਿਨਾਂ ਲੋੜ ਤੋਂ ਪੇਟ ਭਰੀ ਜਾ ਰਿਹਾ ਤੇ ਚਸਕਿਆਂ ਵਾਸਤੇ ਖਾ ਰਿਹਾ। ਉਹਨੂੰ ਭਾਵੇਂ ਪਤਾ ਹੈ ਵੀ ਇਹਦੇ ਨਾਲ ਮੇਰਾ ਸਰੀਰ ਰੋਗੀ ਹੋ ਰਿਹਾ, ਪਰਹੇਜ਼ ਨਹੀਂ। ਜਾਂ ਫਿਰ ਉਹ ਖਾਣ ਵਾਸਤੇ ਦੂਜਿਆਂ ਦੇ ਘਰ ਤੱਕ ਵੀ ਲੁੱਟ ਲੈਂਦਾ, ਬੇਈਮਾਨੀ ਕਰਦਾ ਕਿ ਚਸਕੇ ਪੂਰੇ ਹੋ ਜਾਣ। ਤੇ ਇੱਕ ਉਹ ਹੈ ਜਿਹੜਾ ਕੁਦਰਤੀ ਨਿਯਮ ਨਾਲ ਇਸ ਕਰਕੇ ਟਕਰਾ ਰਿਹਾ ਵੀ ਭੁੱਖ ਲੱਗੀ ਤੋਂ ਵੀ ਉਹ ਛਕਣਾ ਕੁਝ ਨਹੀਂ ਚਾਹੁੰਦਾ। ਤੇ ਉਹ ਕਿਹਦੇ ਨਾਲ ਲੜ ਰਿਹਾ ਭਲਾ? ਉਹ ਲਾਅ ਆਫ ਨੇਚਰ ਨਾਲ ਹੀ ਲੜ ਰਿਹਾ ਨਾ। ਉਹ ਕਿਹਦੇ ਨਾਲ ਲੜ ਰਿਹਾ? ਪਰਮੇਸ਼ਰ ਦੇ ਹੁਕਮ ਨਾਲ ਲੜ ਰਿਹਾ, ਉਹ ਕੁਦਰਤ ਦੇ ਧਰਮ ਨਾਲ ਲੜ ਰਿਹਾ।
ਕੀ ਉਹ ਜਿੱਤ ਜਾਏਗਾ ਐਵੇਂ? ਕੁਦਰਤ ਦਾ ਪੈਦਾ ਕੀਤਾ ਬੰਦਾ ਕੁਦਰਤ ਨਾਲ ਕਿਵੇਂ ਲੜ ਸਕਦਾ ਹੈ ਦੱਸੋ? ਇੰਨੀ ਔਕਾਤ, ਇੰਨੀ ਸਮਰੱਥਾ, ਇੰਨੀ ਤਾਕਤ ਮਨੁੱਖ ਵਿੱਚ ਹੈ ਵੀ ਉਹ ਕੁਦਰਤ ਦੇ ਕਾਨੂੰਨਾਂ ਦੇ ਉੱਤੇ ਕਾਬੂ ਪਾ ਲਵੇ? ਨਹੀਂ। ਇਸ ਲਈ ਮਹਾਰਾਜ ਨੇ ਦੋਵਾਂ ਨੂੰ ਹੀ ਥਾਂ ਥਾਈਂ ਸਮਝਾਇਆ। ਤੋ ਇੱਥੇ ਵੀ ਜਿਹੜਾ ਬਖਸ਼ਿਸ਼ ਕੀਤਾ ਸ਼ਬਦ ਉਹ ਹੈ ਚੰਦ ਸਤ ਭੇਦਿਆ। ਚੰਦ ਸੱਸ ਨੂੰ ਕਹਿੰਦੇ ਨੇ। ਕਮਾਲ ਦੀ ਗੱਲ ਹੈ ਵੀ ਇਸੇ ਰਾਗ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਬਦ ਵੀ ਹੈ, ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ, ਜੁਗਤ ਕਰ ਮਰਤ ਸੋ ਸਨ ਬੰਧ ਕੀਜੈ, ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ, ਉਡੈ ਨੈ ਹੰਸ ਨੈ ਕੰਧ ਚੀਜੈ। ਉਹ ਸ਼ਬਦ ਵਿੱਚ ਵੀ ਇਹੀ ਤਤ ਭਾਵ, ਖਿਆਲ ਵੀ ਰਲਦੇ ਨੇ, ਰਾਗ ਵੀ ਇੱਕੋ ਹੀ ਹੈ। ਗੁਰੂ ਨਾਨਕ ਸਾਹਿਬ ਦਾ ਉਹ ਸ਼ਬਦ ਹੈ, ਇਹ ਭਗਤ ਜੈਦੇਵ ਜੀ ਦਾ ਸ਼ਬਦ। ਚੰਦ ਦਾ ਭਾਵ ਹੈ ਸੱਸ। ਜਿਹੜੇ ਸਾਡੇ ਨੱਕ ਦਾ ਖੱਬਾ ਹਿੱਸਾ ਹੈ, ਖੱਬੀ ਨਾਲੀ ਹੈ, ਇਸ ਨੂੰ ਸੱਸ ਕਿਹਾ ਜਾਂਦਾ ਹੈ, ਚੰਦਰਮਾ ਨਾੜੀ ਕਿਹਾ ਜਾਂਦਾ ਹੈ। ਜੋ ਜੋਗੀਆਂ ਨੇ ਇਹਨਾਂ ਦੇ ਨਾਮ ਰੱਖੇ ਨੇ ਆਪਣੇ। ਸੱਤ ਪ੍ਰਾਣ ਨੂੰ ਕਹਿੰਦੇ ਨੇ। ਆਪਾਂ ਕਹਿੰਦੇ ਸਾਹ ਸੱਤ ਮੁੱਕ ਗਏ, ਤੇ ਸੱਤ ਸ਼ਬਦ ਜਿਹੜਾ ਇੱਥੇ ਇਹ ਸਤਵ ਤੋਂ ਬਣਿਆ ਹੈ। ਸੰਸਕ੍ਰਿਤ ਦਾ ਸ਼ਬਦ ਹੈ ਸਵਾਸ, ਪ੍ਰਾਣ। ਚੰਦ ਸੱਤ ਭੇਦਿਆ। ਭੇਦਿਆ ਦਾ ਮਤਲਬ ਹੈ ਖਿੱਚਣਾ, ਸਾਹ ਖਿੱਚਣਾ। ਖੱਬੀ ਨਾਸਕਾ ਦੇ ਰਾਹੀਂ ਸਾਹ ਖਿੱਚ ਲਿਆ। ਫਿਰ ਅੱਗੇ ਆਖਦੇ ਨੇ ਨਾਦ ਸੱਤ ਪੂਰਿਆ। ਨਾਦ ਦਾ ਮਤਲਬ ਹੈ ਸੁਖਮਨਾ ਨਾੜੀ, ਸਾਹ ਨੂੰ ਰੋਕ ਲਿਆ, ਪੂਰਨ ਕਰ ਲਿਆ, ਰੋਕ ਲਿਆ। ਫਿਰ ਕੀ ਕੀਤਾ? ਸੂਰ ਸੱਤ ਖੋੜ ਸਾ ਦਤ ਕੀਆ। ਜਿਹੜਾ ਸਾਡੇ ਨੱਕ ਦਾ ਸੱਜਾ ਹਿੱਸਾ ਹੈ, ਸੱਜੀ ਨਾੜੀ ਹੈ, ਇਹਨੂੰ ਕਹਿੰਦੇ ਨੇ ਸੂਰਜ ਨਾੜੀ। 16 ਵਾਰੀ, ਖੋੜਸਾ ਦਾ ਮਤਲਬ ਹੈ ਖੋੜਸ 16, 16 ਵਾਰੀ ਓਮ ਆਖ ਕੇ, ਸਾਹ ਰੋਕ ਕੇ 16 ਵਾਰ ਓਮ ਕਹਿ ਕੇ ਤੇ ਫਿਰ ਇਹਨੂੰ ਸੱਜੀ ਨੱਕ ਦੇ ਹਿੱਸੇ ਰਾਹੀਂ ਇਹਨੂੰ ਬਾਹਰ ਕੱਢ ਦਿੱਤਾ। ਦਤ ਕੀ ਮਤਲਬ ਦੇ ਦਿੱਤਾ, ਛੱਡ ਦਿੱਤਾ। ਕਹਿੰਦੇ ਨੇ ਮੇਰੇ ਵਾਸਤੇ ਪਰਮੇਸ਼ਰ ਦਾ ਨਾਮ ਹੀ ਸਾਹ ਖਿੱਚਣ, ਸਾਹ ਰੋਕ ਕੇ ਓਮ ਆਖਣ ਤੇ ਸਾਹ ਛੱਡਣ ਵਰਗਾ ਪ੍ਰਾਣਾਯਾਮ ਹੈ। ਮੈਂ ਹੁਣ ਇਸ ਭਰਮ ਵਿੱਚ ਨਹੀਂ ਪੈਂਦਾ ਵੀ ਇਸ ਤਰ੍ਹਾਂ ਦੇ ਅਭਿਆਸ ਕਰਕੇ ਤੇ ਇਹਦੇ ਵਿੱਚੋਂ ਇਹ ਲਾਲਸਾ ਦੀ ਪੂਰਤੀ ਕਰਾਂ ਵੀ ਇਹਦੇ ਨਾਲ ਮੇਰਾ ਮਨ ਵਿਸ਼ੇ ਵਿਕਾਰਾਂ ਚੋਂ ਰੁਕ ਜਾਏਗਾ। ਮੈਂ ਨਾਮ ਦੀ ਬਰਕਤ ਨਾਲ ਹੀ ਅਬਲ ਬਲ ਤੋੜਿਆ। ਅਬਲ ਦਾ ਮਤਲਬ ਹੁੰਦਾ ਹੈ ਕਮਜ਼ੋਰ, ਬਲ ਦਾ ਮਤਲਬ ਹੁੰਦਾ ਹੈ ਜ਼ੋਰ। ਵਿਸ਼ੇ ਵਿਕਾਰਾਂ ਦੇ ਵਿੱਚ ਜ਼ੋਰ ਵਿੱਚ ਪੈ ਕੇ ਆਤਮਿਕ ਤੌਰ ਤੇ ਖੀਣ ਹੋਣ ਵਾਲਾ ਜਿਹੜਾ ਮਨ ਹੈ, ਇਸ ਦੇ ਮੈਂ ਇਸ ਬਲ ਨੂੰ, ਜ਼ੋਰ ਨੂੰ, ਪ੍ਰਭਾਵ ਨੂੰ ਘਟਾ ਲਿਆ। ਵਿਕਾਰਾਂ ਵਿੱਚ ਗ੍ਰਸਤ ਹੋਏ ਕਮਜ਼ੋਰ ਮਨ ਦੇ ਵਿਕਾਰੀ ਜ਼ੋਰ ਨੂੰ ਮੈਂ ਖਤਮ ਕਰ ਲਿਆ, ਉਸ ਜ਼ੋਰ ਨੂੰ ਮੈਂ ਘਟਾ ਲਿਆ। ਫਿਰ ਕਹਿੰਦੇ ਨੇ ਅਚਲ ਚਲ ਥੱਪਿਆ। ਅਚਲ ਦਾ ਮਤਲਬ ਹੁੰਦਾ ਹੈ ਜਿਹੜਾ ਚੱਲਦਾ ਨਹੀਂ। ਚੱਲ ਦਾ ਮਤਲਬ ਹੈ ਜਿਹੜਾ ਚੰਚਲ ਹੈ, ਜਿਹੜਾ ਵਾਸ਼ਨਾਵਾਂ ਦੇ ਸਿਰ ਦੇ ਉੱਤੇ ਉੱਡ ਰਿਹਾ ਸੀ, ਦੌੜ ਰਿਹਾ ਸੀ, ਭੱਜ ਰਿਹਾ ਸੀ, ਭਟਕ ਰਿਹਾ ਸੀ। ਉਹ ਮਨ ਜਿਹੜਾ ਇੰਨਾ ਦੌੜ ਭੱਜ ਕਰ ਰਿਹਾ ਸੀ ਤੇ ਸੱਚ ਧਰਮ ਵਾਲੇ ਪਾਸੇ ਬਿਲਕੁਲ ਬ੍ਰੇਕ ਲਾ ਕੇ ਖੜਾ ਹੈ, ਕਦਮ ਨਹੀਂ ਪੁੱਟਦਾ, ਉਹਨੂੰ ਮੈਂ ਥੱਪਿਆ, ਟਿਕਾ ਲਿਆ। ਘੜ ਘੜਿਆ ਤਹਾਂ ਪਿਓ ਪੀਆ। ਮੈਂ ਆਪਣੇ ਮਨ ਦੀ ਸੁਚੱਜੀ ਘਾੜਤ ਘੜ ਲਈ। ਕਿਵੇਂ? ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪੀ ਕੇ, ਰੱਬੀ ਗੁਣਾ ਦਾ ਅੰਮ੍ਰਿਤ ਚੱਖ ਕੇ। ਫਿਰ ਅਖੀਰਲੇ ਬੰਦ ਵਿੱਚ ਕਹਿੰਦੇ ਨੇ ਅਰਧ ਕਉ ਅਰਧਿਆ। ਅਰਾਧਨ ਯੋਗ ਪਰਮੇਸ਼ਰ ਨੂੰ ਮੈਂ ਅਰਾਧ ਲਿਆ। ਜਿਸ ਦੀ ਅਰਾਧਨਾ ਕਰਨੀ ਬਣਦੀ ਸੀ ਨਾ, ਮੈਂ ਉਸ ਨੂੰ ਅਰਾਧਿਆ। ਮੈਂ ਆਪਣੀ ਅਰਾਧਨਾ ਦਾ ਕੇਂਦਰ ਬਿੰਦੂ ਸੰਸਾਰ ਦੀ ਅਵਤਾਰਵਾਦ, ਦੇਵੀ ਦੇਵਤੇ, ਹੋਰ ਇਹਨਾਂ ਤਾਕਤਾਂ ਨੂੰ ਨਹੀਂ ਬਣਾਇਆ। ਸਰਦ ਕਉ ਸਰਦਿਆ। ਜਿਸ ਦੇ ਉੱਤੇ ਸ਼ਰਧਾ ਰੱਖਣੀ ਚਾਹੀਦੀ ਸੀ, ਐਸੇ ਮਾਲਕ ਦੇ ਉੱਤੇ ਮੈਂ ਆਪਣੀ ਸ਼ਰਧਾ, ਯਕੀਨ, ਭਰੋਸਾ, ਇਕਤਾਦ, ਵਿਸ਼ਵਾਸ ਟਿਕਾਇਆ। ਤੇ ਕੀ ਹੋਇਆ? ਸਲਲ ਕਉ ਸਲਲ सम्मान ਆਇਆ। ਮਨ ਇਵੇਂ ਉਸ ਪਰਮੇਸ਼ਰ ਦੇ ਨਾਮ ਵਿੱਚ ਇਕਸੁਰ ਹੋ ਗਿਆ ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ। ਸਲਲ ਪਾਣੀ ਨੂੰ ਕਹਿੰਦੇ ਨੇ। ਬਦਤ ਜੈ ਦਿਓ, ਹੇ ਜੈ ਦਿਓ ਆਖ। ਬਦਤ ਦਾ ਮਤਲਬ ਹੁੰਦਾ ਹੈ ਆਖ, ਆਖਦਾ ਹੈ, ਆਖਣਾ। ਹੇ ਜੈ ਦਿਓ ਤੂੰ ਵੀ ਆਖ। ਜੈ ਦੇਵ ਕਉ, ਕਿਸ ਨੂੰ ਆਖ? ਜੈ ਦੇਵ ਨੂੰ। ਦੇਵ ਪ੍ਰਕਾਸ਼ ਰੂਪ, ਜੈ ਵਡਿਆਈ ਵਾਲਾ। ਉਹ ਪਰਮੇਸ਼ਰ ਜੋ ਸੱਚੀ ਵਡਿਆਈ ਵਾਲਾ ਹੈ
ਤੇ ਸਾਰੀ ਕਾਇਨਾਤ ਵਿੱਚ ਜਿਸ ਦੀ ਜੋਤ ਦਾ, ਜਿਸ ਦੀ ਹੋਂਦ ਦਾ ਚਾਨਣ ਹੈ, ਪ੍ਰਕਾਸ਼ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਉਸ ਨੂੰ ਰਮਿਆ, ਜਿਹੜਾ ਸਭਨਾਂ ਵਿੱਚ ਰਮਿਆ ਹੋਇਆ ਵਿਆਪਕ ਹੈ, ਬ੍ਰਹਮ, ਜੋ ਬ੍ਰਹਮ ਰੂਪ, ਜੋ ਬ੍ਰਹਮ ਹੈ, ਚੇਤਨ ਸੱਤਾ ਹੈ, ਕਿਵੇਂ ਜਪਣਾ ਹੈ? ਲਿਵ ਲੀਨ, ਜਿਹੜਾ ਸਭਨਾਂ ਵਿੱਚ ਵਿਆਪਕ ਹੈ, ਲੀਨ ਹੈ। ਕਿਵੇਂ ਉਸ ਨੂੰ ਜਪਣਾ ਹੈ? ਨਿਰਵਾਣ, ਵਾਸ਼ਨਾ ਰਹਿਤ ਹੋ ਕੇ। ਜਿਵੇਂ ਉਹਦੇ ਉੱਤੇ ਸੰਸਾਰ ਦੀ ਕੋਈ ਵਾਸ਼ਨਾ ਨਹੀਂ, ਜਿਹੜਾ ਉਸ ਦੇ ਗੁਣਾਂ ਨਾਲ ਜੁੜਦਾ ਹੈ ਉਹ ਵੀ ਵਾਸ਼ਨਾ ਤੋਂ ਮੁਕਤ ਹੁੰਦਾ ਹੈ, ਪਾਇਆ, ਤੇ ਉਹ ਐਸੇ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ ਹੈ। ਗਰੀਬ ਨਵਾਜ ਕਿਰਪਾ ਰਹਿਮਤ ਬਖਸ਼ਿਸ਼ ਕਰਨ, ਸ਼ਬਦ ਦਾ ਇਹ ਉਪਦੇਸ਼ ਸਾਡੇ ਮਨਾਂ ਵਿੱਚ ਵਸੇ। ਗਰੀਬ ਨਵਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣਾਈਆਂ।